राग केदारा बाणी रविदास जियो की एक ओंकार सतगुरु प्रसाद। राग केदारा, केदारा राग ਦੇ ਵਿੱਚ ਭਗਤ ਰਵਿਦਾਸ ਜੀ ਦਾ ਸ਼ਬਦ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਭਗਤ ਰਵਿਦਾਸ ਜੀ ਦਾ ਇਸ਼ਟ ਪਰਮੇਸ਼ਰ ਉਹ ਰੱਬ ਅਕਾਲ ਪੁਰਖ ਵਾਹਿਗੁਰੂ ਜਿਹੜਾ ਇੱਕ ਹੈ, ਸਰਵ ਵਿਆਪਕ ਹੈ, ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਨਿਰੰਕਾਰ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਉਹਦੇ ਨਾਲ ਮਿਲਾਪ ਹੁੰਦਾ ਹੈ। ਖਟ ਕਰਮ ਕੁਲ ਸੰਯੁਗਤ ਹੈ, ਹਰ ਭਗਤ ਹਿਰਦੈ ਨਾਹੇ, ਚਰਨਾਰ ਬਿੰਦ ਨਾ ਕਥਾ ਭਾਵੈ, ਸੁਪਚ ਤੁਲ ਸਮਾਨ। ਭਗਤ ਰਵਿਦਾਸ ਜੀ ਕਹਿੰਦੇ ਹਨ, ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀਕੈ ਦੇਖ, ਕਿਸ ਜਾਤ ਤੇ ਕੇ ਪਦੈ ਅਮਰਿਓ ਰਾਮ ਭਗਤ ਵਸੇਖ ਰਾਮ। ਭਗਤ ਰਵਿਦਾਸ ਜੀ ਇਸ ਸ਼ਬਦ ਵਿੱਚ ਜੋ ਸਮਝਾਉਂਦੇ ਹਨ, ਕਹਿੰਦੇ ਹੇ ਰਵਿਦਾਸ, ਤੂੰ ਆਪਣੇ ਚਿੱਤ ਵਿੱਚ ਉਸ ਪ੍ਰਭੂ ਨੂੰ ਸਿਮਰ। ਹੇ ਮੇਰੇ ਗਾਫਲ ਮਨ, ਉਸ ਪ੍ਰਭੂ ਨੂੰ ਸਿਮਰ। ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਦੀ ਜਾਤ ਨਹੀਂ ਦੇਖਦਾ, ਕੋਈ ਕਿਸੇ ਦੀ ਗਰੀਬੀ ਅਮੀਰੀ ਨਹੀਂ ਦੇਖਦਾ, ਕਿਸੇ ਦਾ ਰੂਪ ਰੰਗ ਨਹੀਂ ਦੇਖਦਾ। ਤੂੰ ਉਹਨੂੰ ਸਿਮਰ। ਦੁਨੀਆ ਦੀ ਨਿਗਾਹ ਵਿੱਚ ਭਾਵੇਂ ਹੋ ਸਕਦਾ ਕੋਈ ਉੱਚਾ ਨੀਵਾਂ, ਕੋਈ ਗਰੀਬ ਅਮੀਰ, ਦੁਨੀਆ ਦੀ ਨਿਗਾਹ ਦੇ ਵਿੱਚ ਦੁਨੀਆ ਦੇ ਲੋਕ ਕਿਸੇ ਦੀ ਗਰੀਬੀ ਨੂੰ ਦੇਖਦੇ ਹਾਂ, ਅਮੀਰੀ ਨੂੰ ਦੇਖਦੇ ਹਾਂ, ਉੱਚੀ ਜਾਤ ਨੀਵੀਂ ਜਾਤ ਦੇਖਦੇ ਹਾਂ, ਰੂਪ ਰੰਗ ਵੀ ਦੇਖਦੇ ਹਨ, ਪਰ ਰੱਬ ਨਹੀਂ ਕੁਝ ਵੀ ਦੇਖਦਾ। ਤੂੰ ਉਸ ਪ੍ਰਭੂ ਨੂੰ ਸਿਮਰ। ਉਹ ਨਹੀਂ ਕਿਸੇ ਦੀ ਜਾਤ ਦੇਖਦਾ। ਕਹਿੰਦੇ ਕਾਹੇ ਨਾ ਬਾਲਮੀਕੈ ਦੇਖ, ਤੂੰ ਬਾਲਮੀਕ ਵੱਲ ਦੇਖ ਲਾ। ਬਾਲਮੀਕ ਦੀ ਜਾਤ ਕਿਹੜੀ ਸੀ? ਕਿਸ ਜਾਤ ਤੇ ਕਿਹ ਪਦੇ ਅਮਰਿਓ ਰਾਮ ਭਗਤ ਵਸੇਖ। ਜਿਸਨੇ ਵੀ ਉਸ ਪ੍ਰਭੂ ਦੀ ਬੰਦਗੀ ਕੀਤੀ ਹੈ ਨਾ, ਉਹ ਬਹੁਤ ਉੱਚੀ ਪਦਵੀ ਤੇ ਪਹੁੰਚ ਜਾਂਦਾ। ਬਾਲਮੀਕ ਵੱਲ ਦੇਖ, ਕਹਿੰਦੇ ਉਹਦੀ ਜਾਤ ਕੀ ਸੀ? ਜਾਤ ਉਹਦੀ ਚੰਡਾਲ ਸੀ, ਸਭ ਤੇ ਨੀਵੀਂ ਜਾਤ ਚੰਡਾਲ। ਚੰਡਾਲ ਜਾਤ ਐਸੀ ਹੈ ਨਾ, ਕੁੱਤਿਆਂ ਨੂੰ ਮਾਰ ਕੇ ਖਾ ਜਾਣ ਵਾਲੀ ਜਾਤ ਹੈ ਚੰਡਾਲ। ਉਸ ਜਾਤ ਵਿੱਚ ਪੈਦਾ ਹੋਇਆ ਬਾਲਮੀਕ, ਕੁੱਤਿਆਂ ਦਾ ਦੁਸ਼ਮਣ। ਕੁੱਤਿਆਂ ਨੂੰ ਮਾਰ ਕੇ ਕੁੱਤਿਆਂ ਦਾ ਮਾਸ ਖਾ ਜਾਣ ਵਾਲੀ ਜਾਤ ਹੈ। ਉਸ ਜਾਤ ਵਿੱਚ ਪੈਦਾ ਹੋ ਕੇ ਬਾਲਮੀਕ, ਪਰ ਦੇਖੋ ਜਦੋਂ ਰੱਬ ਨਾਲ ਜੁੜਿਆ, ਰੱਬ ਦਾ ਹੀ ਰੂਪ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਂ। ਉਹ ਜਾਤਪਾਤ ਨਹੀਂ ਦੇਖਦਾ। ਜਿਹੜਾ ਵੀ ਉਹਦੇ ਨਾਲ ਜੁੜ ਗਿਆ, ਉਹਦੀ ਜਾਤ ਫਿਰ ਰੱਬ ਦੀ ਉਹ ਜਾਤ ਬਣ ਜਾਂਦੀ ਹੈ। ਕਹਿੰਦੇ ਕਿਸ ਜਾਤ ਤੇ ਕਿਹ ਪਦੇ ਅਮਰਿਓ, ਕਿਸ ਪਦ ਤੇ ਪਹੁੰਚ ਗਿਆ? ਰਾਮ ਭਗਤ ਵਸੇਖ, ਰਾਮ ਦੀ ਭਗਤੀ ਦੀ ਬਖਸ਼ਿਸ਼ ਨਾਲ, ਪ੍ਰਭੂ ਦੀ ਭਗਤੀ ਕਰਨ ਦੇ ਨਾਲ ਕਿਸ ਉੱਚੀ ਅਵਸਥਾ ਤੇ ਪਹੁੰਚ ਗਿਆ। ਹੇ ਰਵਿਦਾਸ, ਤੂੰ ਵੀ ਉਸ ਪ੍ਰਭੂ ਦਾ ਸਿਮਰਨ ਕਰ। ਤੂੰ ਕਿਉਂ ਨਹੀਂ ਉਹਨੂੰ ਸਿਮਰਦਾ? ਉਹ ਨਹੀਂ ਜਾਤ ਪਾਤ ਦੇਖਦਾ ਕਿਸੇ ਦੀ। ਭਗਤ ਰਵਿਦਾਸ ਜੀ ਦੇ ਜੀਵਨ ਤੋਂ, ਇਹਨਾਂ ਭਗਤਾਂ ਮਹਾਂਪੁਰਸ਼ਾਂ ਦੇ ਜੀਵਨ ਤੋਂ ਇਹ ਸਮਝ ਆਉਂਦੀ ਹੈ ਕਿ ਰੱਬ ਕਿਸੇ ਦੇ ਬਾਪ ਦਾ ਨਹੀਂ ਹੈ। ਰੱਬ ਨੂੰ ਕੋਈ ਵੀ ਸਿਮਰ ਸਕਦਾ, ਕੋਈ ਵੀ। ਰੱਬ ਕਿਸੇ ਦੇ ਬਾਪ ਦੀ ਜੱਦੀ ਜਾਇਦਾਦ ਨਹੀਂ ਹੈ।
ਜਿਵੇਂ ਬ੍ਰਾਹਮਣ ਨੇ ਕਿਹਾ ਸੀ, ਬ੍ਰਾਹਮਣ ਨੇ ਕਾਨੂੰਨ ਬਣਾ ਦਿੱਤਾ ਕਿ ਬੰਦਗੀ, ਰੱਬ ਦੀ ਬੰਦਗੀ ਕੇਵਲ ਬ੍ਰਾਹਮਣ ਹੀ ਕਰ ਸਕਦਾ ਹੈ। ਬ੍ਰਾਹਮਣ, ਆ ਦੇਖੋ, ਬ੍ਰਾਹਮਣ ਨੇ ਜਿਹੜਾ ਕਾਨੂੰਨ ਬਣਾਇਆ ਹੈ ਕਿ ਬ੍ਰਾਹਮਣ ਨੂੰ ਹੀ 6 ਕਰਮ ਕਰਨੇ ਦੱਸੇ। ਖੱਟ ਕਰਮ ਕੁੱਲ ਸੰਯੁਗਤ ਹੈ। ਖੱਟ ਮੈਨੇ 6 ਕਰਮ ਕਿਹੜੇ? ਵਿਦਿਆ ਪੜ੍ਹਨੀ, ਪੜ੍ਹਾਉਣੀ, ਜਗ ਕਰਨਾ, ਕਰਾਉਣਾ, ਦਾਨ ਦੇਣਾ, ਲੈਣਾ। ਇਹ ਬ੍ਰਾਹਮਣ ਨੂੰ ਹੀ ਹੱਕ ਆ, ਹੋਰ ਨਹੀਂ ਕੋਈ ਕਰ ਸਕਦਾ। ਖੱਤਰੀ ਨੂੰ ਹੱਕ ਹੈ ਧਰਮ ਦੀ ਰਾਖੀ ਕਰਨੀ, ਹਥਿਆਰ ਰੱਖਣਾ, ਸ਼ਾਸਤਰ ਰੱਖਣਾ। ਵੈਸ਼ ਦਾ ਕਰਮ ਹੈ ਵਪਾਰ ਕਰਨਾ, ਖੇਤੀਬਾੜੀ ਕਰਨੀ, ਡੰਗਰ ਪਸ਼ੂ ਪਾਲਣੇ, ਆਹ ਕੰਮ ਵੈਸ਼ ਦਾ। ਇਹ ਪੜ੍ਹਾਈ ਨਹੀਂ ਕਰ ਸਕਦਾ। ਸ਼ੂਦਰ ਦਾ ਕੰਮ ਆ ਇਹਨਾਂ 3 ਵਰਨਾਂ ਦੀ ਸੇਵਾ ਕਰਨੀ। ਦੇਖੋ ਕੈਸੇ ਕਾਨੂੰਨ ਬਣਾ ਦਿੱਤੇ। ਰੱਬ ਨੇ ਸਾਰੀ ਮਾਨਸ ਦੀ ਜਾਤ ਇੱਕ ਬਣਾਈ ਹੈ, ਕੈਸੀਆਂ ਵੰਡੀਆਂ ਪਾ ਦਿੱਤੀਆਂ ਬ੍ਰਾਹਮਣ ਨੇ। ਹੁਣ ਇਸ ਸ਼ਬਦ ਵਿੱਚ ਭਗਤ ਰਵਿਦਾਸ ਜੀ ਖੋਲ੍ਹ ਕੇ ਦੱਸਦੇ ਹਨ, ਕਹਿੰਦੇ ਖੱਟ ਕਰਮ ਕੁੱਲ ਸੰਯੁਗਤ ਹੈ। ਜੇ ਕੋਈ 6 ਕਰਮ ਵੀ ਕਰਦਾ ਹੈ, ਕੋਈ ਆਪਣੇ ਆਪ ਨੂੰ ਬ੍ਰਾਹਮਣ ਕਹਾਉਣ ਵਾਲਾ, ਕੋਈ ਇਹ 6 ਕਰਮ ਵੀ ਕਰਦਾ ਹੈ, ਪਰ ਹਿਰਦੇ ਵਿੱਚ ਪ੍ਰਭੂ ਦੀ ਭਗਤੀ ਨਹੀਂ ਹੈ, ਰੱਬ ਨੂੰ ਜਾਣਦਾ ਕੋਈ ਨਹੀਂ ਹੈ, ਰੱਬ ਦੇ ਨਾਲ ਜੁੜਿਆ ਕੋਈ ਨਹੀਂ, ਇੱਕ ਰੱਬ ਨੂੰ ਪਛਾਣਦਾ ਕੋਈ ਨਹੀਂ ਹੈ। ਚਰਨਾਰ ਬਿੰਦ ਨਾ ਕਥਾ ਭਾਵੈ ਸੁਪਚ ਤੁਲ ਸਮਾਨ। ਚਰਨਾਰ ਬਿੰਦ, ਉਸ ਪ੍ਰਭੂ ਦੇ ਸੋਹਣੇ ਚਰਨ ਕਮਲਾਂ ਦੀ ਕਥਾ ਉਸ ਨੂੰ ਚੰਗੀ ਨਹੀਂ ਲੱਗਦੀ। ਰੱਬ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਰੱਬ ਦੀਆਂ ਗੱਲਾਂ ਸੁਣਦਾ ਨਹੀਂ, ਰੱਬ ਦੀਆਂ ਗੱਲਾਂ ਕਰਦਾ ਨਹੀਂ, ਉਸ ਇੱਕ ਨੂੰ ਪਛਾਣਦਾ ਨਹੀਂ। ਕਹਿੰਦੇ ਇਸ ਐਸੇ ਬ੍ਰਾਹਮਣ ਨੂੰ ਬ੍ਰਾਹਮਣ ਨਾ ਕਹੋ, ਕਹਿੰਦੇ ਉਹ ਚੰਡਾਲ ਹੈ, ਉਸ ਨੂੰ ਚੰਡਾਲ ਕਹੋ। ਵਾਲਮੀਕ ਨੂੰ ਚੰਡਾਲ ਨਾ ਕਹੋ, ਵਾਲਮੀਕ ਚੰਡਾਲ ਨਹੀਂ ਹੈ। ਭਾਵੇਂ ਚੰਡਾਲ ਜਾਤ ਵਿੱਚ ਪੈਦਾ ਹੋਇਆ, ਪਰ ਉਸਨੇ ਸਿਮਰਨ ਕਰਕੇ ਇਤਨੀ ਉੱਚੀ ਪਦਵੀ ਪ੍ਰਾਪਤ ਕੀਤੀ ਹੈ। ਵਾਲਮੀਕ ਰੱਬ ਬਣ ਗਿਆ, ਭਗਤ ਬਣ ਗਿਆ, ਉੱਚੀ ਅਵਸਥਾ 'ਤੇ ਪਹੁੰਚ ਗਿਆ। ਪਰ ਜਿਹੜਾ ਬ੍ਰਾਹਮਣ ਹੋ ਕੇ ਵੀ ਰੱਬ ਨਾਲੋਂ ਟੁੱਟਿਆ ਹੋਇਆ, ਇੱਕ ਨੂੰ ਨਹੀਂ ਪਛਾਣ ਸਕਿਆ, ਉਸ ਨੂੰ ਬ੍ਰਾਹਮਣ ਨਾ ਕਹੋ, ਚੰਡਾਲ ਹੈ, ਕੁੱਤਿਆਂ ਦਾ ਮਾਸ ਖਾਣ ਵਾਲਾ। ਕਿਤਨੀ ਵੱਡੀ ਗੱਲ ਕੀਤੀ। ਕਹਿੰਦੇ ਉਹ ਬ੍ਰਾਹਮਣ ਥੋੜ੍ਹਾ ਆ, ਚੰਡਾਲ ਹੈ। ਕਹਿੰਦੇ ਚਰਨਾਰ ਬਿੰਦ ਨਾ ਕਥਾ ਭਾਵੈ ਸੁਪਚ ਤੁਲ। ਸੁਪਚ ਚੰਡਾਲ, ਤੁਲ ਬਰਾਬਰ, ਸੁਪਚ ਤੁਲ ਸਮਾਨ। ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਹਨ, ਰੇ ਚਿਤ ਚੇਤ ਚੇਤ ਅਚੇਤ। ਹੇ ਗਾਫਲ ਮਨ, ਤੂੰ ਉਸ ਪ੍ਰਭੂ ਨੂੰ ਸਿਮਰ। ਕੀ ਹੋਇਆ ਜੇ ਤੇਰੀ ਜਾਤ ਚਮਾਰ ਹੈ? ਜਾਤਾਂ ਕਹਿੰਦਾ ਅਸੀਂ ਆਪ ਚੁਣੀਆਂ, ਕਿਸ ਨੇ ਚੁਣੀ ਹੈ ਕਿ ਮੈਂ ਫਲਾਣੀ ਜਾਤ ਵਿੱਚ ਪੈਦਾ ਹੋਣਾ, ਮੈਂ ਫਲਾਣੀ ਜਾਤ ਵਿੱਚ ਪੈਦਾ ਹੋਣਾ, ਮੈਂ ਫਲਾਣੀ ਮਾਂ ਦੀ ਕੁੱਖੋਂ ਪੈਦਾ ਹੋਣਾ, ਫਲਾਣਾ ਮੇਰਾ ਬਾਪ ਹੋਏਗਾ, ਫਲਾਣਾ ਮੇਰਾ ਨਗਰ ਹੋਏਗਾ। ਕਿਸੇ ਨੇ ਚੁਣਿਆ ਤਾਂ ਨਹੀਂ ਹੈ, ਉਹਦੀ ਆਪਣੀ ਮਰਜ਼ੀ ਹੈ। ਉਹਨੇ ਆਪ ਸਾਨੂੰ ਮਾਂ ਦਿੱਤੀ ਹੈ, ਉਹਨੇ ਆਪ ਸਾਨੂੰ ਪਿਤਾ ਦਿੱਤਾ, ਉਹਨੇ ਆਪ ਸਾਨੂੰ ਕਿਉਂਕਿ ਬੱਚੇ ਦਿੱਤੇ ਹੈ। ਇਹ ਸਾਰੇ ਸੰਬੰਧ ਉਸਨੇ ਆਪ ਬਣਾਏ। ਉਹਦੇ ਨਾਲ ਜੁੜਨਾ ਹੈ। ਇਹ ਸਮਾਂ ਅਜਾਈ ਨਹੀਂ ਸਾਡਾ ਜਾਣਾ ਚਾਹੀਦਾ। ਕਹਿੰਦੇ ਤੂੰ ਵਾਲਮੀਕ ਵੱਲ ਦੇਖ, ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਵਾਲਮੀਕੈ ਦੇਖ। ਕਿਸ ਜਾਤ ਤੇ ਕੇ ਪਦੇ ਅਮਰਿਓ ਰਾਮ ਭਗਤ ਵਸੇਖ ਰਹੋ। ਕਿਸ ਜਾਤ ਵਿੱਚ ਪੈਦਾ ਹੋ ਕੇ ਕਿੰਨੀ ਉੱਚੀ ਪਦਵੀ ਪ੍ਰਾਪਤ ਕਰ ਲਈ ਵਾਲਮੀਕ ਨੇ, ਜਿਹੜੀਆਂ ਉੱਚੀਆਂ ਉੱਚੀਆਂ ਜਾਤਾਂ ਵਾਲੇ ਵੀ ਨਹੀਂ ਕਰ ਸਕੇ। ਰਹੋ ਅੱਗੇ, ਸਵਾਨ 70 ਅਜਾਤ ਸਭ ਤੇ ਕ੍ਰਿਸ਼ਨ ਲਾਵੇ ਹੇਤ। ਸਵਾਨ 70 ਆ ਗਈ ਨਹੀਂ ਗੱਲ। 70 ਮੈਨੇ ਦੁਸ਼ਮਣ, ਸਵਾਨ ਮੈਨੇ ਕੁੱਤਾ, ਕੁੱਤਿਆਂ ਦਾ ਦੁਸ਼ਮਣ। ਐਸੀ ਜਾਤ ਵਿੱਚ ਪੈਦਾ ਹੋਣ ਵਾਲਾ, ਅਜਾਤ ਸਭ ਤੇ, ਸਭ ਤੋਂ ਨੀਵੀਂ ਜਾਤ ਦਾ। ਕ੍ਰਿਸ਼ਨ ਲਾਵੇ ਹੇਤ, ਉਸ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੇ ਨਾਲ
ਆਪਣਾ ਚਿੱਤ ਜੋੜਦਾ ਸੀ। ਉਸ ਪ੍ਰਭੂ ਦੇ ਨਾਲ ਚਿੱਤ ਜੋੜਨ ਲੱਗ ਗਿਆ, ਰੱਬ ਦੀ ਬੰਦਗੀ ਕਰਨ ਲੱਗ ਗਿਆ। ਐਸੀ ਬੰਦਗੀ ਕੀਤੀ ਕਿ ਬਹੁਤ ਉੱਚੀ ਰੱਬ ਦੇ ਵਿੱਚ ਹੀ ਲੀਨ ਹੋ ਗਿਆ, ਜਿਸ ਦੇ ਕਾਰਨ ਅੱਜ ਇਹਨਾਂ ਜਗਤ ਦੇ ਲੋਕਾਂ ਨੇ ਉਹਦੀ ਕੀ ਸਿਫਤ ਕਰਨੀ ਆ। ਜਗਤ ਦੇ ਲੋਕ ਉਹਦੀ ਕੀ ਪ੍ਰਸ਼ੰਸਾ ਕਰ ਸਕਦੇ ਆ। ਕਹਿੰਦੇ ਵਾਲਮੀਕ ਦੀ ਪ੍ਰਸ਼ੰਸਾ ਤਾਂ ਤਿੰਨਾਂ ਲੋਕਾਂ ਵਿੱਚ ਹੋ ਰਹੀ ਹੈ। ਲੋਕ ਬਪਰਾ ਕਿਆ ਸਰਾਹੇ, ਤੀਨ ਲੋਕ ਪਰਵੇਸ਼, ਤਿੰਨਾਂ ਲੋਕਾਂ ਦੇ ਵਿੱਚ ਉਹਦੀ ਜਸ ਖਿਲ ਰਿਹਾ ਹੋਇਆ ਵਾਲਮੀਕ ਦਾ। ਕਹਿੰਦੇ ਮਤ ਜਾਣਿਓ ਉੱਚੀਆਂ ਜਾਤਾਂ ਦਾ ਮਾਣ ਨਾ ਕਰੋ, ਹੰਕਾਰ ਨਾ ਕਰੋ। ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ, ਗੁਰੂ ਨਾਲੋਂ ਟੁੱਟਿਆ ਹੋਇਆ, ਉਹ ਤਾਂ ਮਨੁੱਖ ਵੀ ਨਹੀਂ ਹੈ। ਮਨੁੱਖ ਉਹ ਤਾਂ ਪਸ਼ੂ ਹੈ, ਜਾਨਵਰ ਹੈ। ਗੰਦਗੀ ਦਾ ਕੀੜਾ ਆਖਿਆ ਮਹਾਰਾਜ ਨੇ। ਬਿਨ ਨਾਮੈ ਸਭ ਨੀਚ ਜਾਤ ਹੈ, ਵਿਸ਼ਟਾ ਕਾ ਕੀੜਾ ਹੋਏ, ਗੰਦਗੀ ਦਾ ਕੀੜਾ ਹੈ। ਦੇਖੋ ਇਹਨਾਂ ਮਹਾਂਪੁਰਸ਼ਾਂ ਦੀ ਬਾਣੀ ਪੜ੍ਹ ਕੇ ਬਹੁਤ ਮਾਣ ਹੰਕਾਰ ਨਹੀਂ ਰਹਿੰਦਾ ਹੈ। ਇਹਨਾਂ ਮਹਾਂਪੁਰਸ਼ਾਂ ਨੇ ਬਹੁਤ ਦੁੱਖ ਕੱਟੇ ਹੋਏ, ਬਹੁਤ ਤਕੜਾ ਸੰਘਰਸ਼ ਕੀਤਾ ਹੋਇਆ ਇਹਨਾਂ ਮਹਾਂਪੁਰਸ਼ਾਂ ਨੇ। ਇਹਨਾਂ ਦੇ ਜੀਵਨ ਨੂੰ ਜਦੋਂ ਭਗਤ ਕਬੀਰ ਸਾਹਿਬ ਜੀ ਦੇ, ਭਗਤ ਰਵਿਦਾਸ ਜੀ ਦੇ ਜੀਵਨ ਨੂੰ ਅਸੀਂ ਵਿਚਾਰਦੇ ਹਾਂ ਨਾ, ਇੱਕ ਵਾਰੀ ਭੁੱਬਾਂ ਨਿਕਲਦੀਆਂ ਜੇ ਕੋਈ ਧਿਆਨ ਨਾਲ ਪੜ੍ਹੇ। ਇੰਨੇ ਦੁੱਖ ਕੱਟੇ ਹੋਏ, ਇੰਨੇ ਦੁੱਖ ਕੱਟੇ ਇਹਨਾਂ ਨੇ। ਕਿਸੇ ਨੇ ਵੀ ਘੱਟ ਨਹੀਂ ਗੁਜ਼ਾਰੀ ਇਹਨਾਂ ਮਹਾਂਪੁਰਸ਼ਾਂ ਨਾਲ। ਨਾ ਰਾਜਿਆਂ ਨੇ, ਉੱਚੀਆਂ ਜਾਤਾਂ ਵਾਲਿਆਂ ਨੇ, ਸਾਰਿਆਂ ਨੇ ਮੁਖਾਲਫ ਕੀਤੀ ਇਹਨਾਂ ਦੀ। ਪਰ ਦੇਖੋ ਕਿਤਨਾ ਰੱਬ ਉੱਤੇ ਵਿਸ਼ਵਾਸ ਹੈ। ਪ੍ਰਭੂ ਨਾਲੋਂ ਨਹੀਂ ਟੁੱਟੇ, ਰੱਬ ਨਾਲੋਂ ਨਹੀਂ ਟੁੱਟੇ। ਐਸਾ ਵਿਸ਼ਵਾਸ ਰੱਬ ਨਾਲੋਂ ਅਖੀਰ ਨੂੰ ਉੱਚੀਆਂ ਜਾਤਾਂ ਵਾਲਿਆਂ ਨੂੰ ਵੀ ਇਹਨਾਂ ਦੇ ਚਰਨਾਂ ਵਿੱਚ ਡਿੱਗਣਾ ਹੀ ਪਿਆ। ਅਖੀਰ ਨੂੰ ਡਿੱਗਣਾ ਪਿਆ ਨਾ ਜੀ। ਹੁਣ ਅਗਲੀਆਂ ਪੰਕਤੀਆਂ ਕਹਿੰਦੇ ਅਜਾਮਲ ਪਿੰਗਲਾ ਲੁਭਤ ਕੁੰਚਰ ਗਏ ਹਰ ਕੇ ਪਾਸ। ਹੁਣ ਇਸ ਸ਼ਬਦ ਵਿੱਚ ਦੇਖੋ ਸਾਰੇ ਉਹਨਾਂ ਦੀਆਂ ਗੱਲਾਂ ਕੀਤੀਆਂ ਹੋਈਆਂ ਜਿਹੜੇ ਬਹੁਤ ਨੀਵੀਂ ਜਾਤਾਂ ਵਾਲੇ, ਨੀਵੇਂ ਕਰਮ ਕਰਨ ਵਾਲੇ, ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਰਵਿਦਾਸ ਜੀ ਨੇ। ਅਜਾਮਲ ਦੀ ਦਿੱਤੀ ਹੈ। ਕਹਿੰਦੇ ਦੇਖੋ ਅਜਾਮਲ ਕੀ ਸੀ? ਇੱਕ ਦੁਰਾਚਾਰੀ ਬ੍ਰਾਹਮਣ ਸੀ, ਪੰਡਤ ਸੀ, ਵਿਦਵਾਨ ਸੀ, ਹੈ ਵਿਦਵਾਨ ਸੀ। ਪਰ ਵਿਦਵਾਨ ਵੀ ਕੀ ਕਰੇਗਾ? ਬੇਸਵਾ ਉੱਤੇ ਡੁੱਲ ਗਿਆ, ਇੱਕ ਬੇਸਵਾ ਨਾਲ ਵਿਆਹ ਕਰਾ ਲਿਆ। ਹੁਣ ਹੈ ਕਿਸੇ ਰਾਜੇ ਦਾ ਕਥਾਵਾਚਕ ਸੀ, ਰਾਜੇ ਦੇ ਮਹਿਲਾਂ ਵਿੱਚ ਕਥਾ ਕਰਦਾ ਸੀ। ਹੋਣੀ ਤਾਂ ਫਾਂਸੀ ਸੀ, ਪਰ ਉਸ ਨੂੰ ਰਾਜੇ ਨੇ ਦੇਸ਼ ਨਿਕਾਲਾ ਦੇ ਦਿੱਤਾ ਸੀ। ਬੇਸਵਾ ਨਹੀਂ ਛੱਡੀ, ਦੇਸ਼ ਛੱਡਣਾ ਕਬੂਲ ਕਰ ਲਿਆ ਅਜਾਮਲ ਨੇ। ਬੇਸਵਾ ਦਾ ਸੰਗ ਨਹੀਂ ਛੱਡਿਆ ਸੀ। ਫਿਰ ਦੇਖੋ ਬੱਚੇ ਹੋਏ, ਕਿਤੇ 7 ਲਿਖਿਆ, ਕਿਤੇ 8-9 ਲਿਖਿਆ। ਜਿਹੜਾ ਆਖਰੀ ਬੱਚਾ ਸੀ ਉਹਦਾ ਨਾਮ ਕਿਸੇ ਮਹਾਂਪੁਰਸ਼ ਦੇ ਨਾਲ ਜਦੋਂ ਮੇਲ ਹੋਇਆ, ਉਸ ਨੂੰ ਇਸ ਨੇ ਆਪਣੀ ਸਾਰੀ ਵਾਰਤਾ ਦੱਸੀ ਤਾਂ ਉਸ ਮਹਾਂਪੁਰਸ਼ ਨੇ ਕਿਹਾ ਹੁਣ ਜਿਹੜਾ ਇੱਕ ਬੱਚਾ ਹੋਰ ਹੋਣਾ ਸੀ ਅਜੇ, ਤਾਂ ਜਿਹੜਾ ਹੁਣ ਨਵਾਂ ਬੱਚਾ ਜੰਮੇਗਾ ਨਾ, ਉਹਦਾ ਨਾਮ ਨਰਾਇਣ ਰੱਖਿਆ। ਬੱਚਾ ਜੰਮਿਆ, ਨਰਾਇਣ ਰੱਖਿਆ। ਉਹਦੇ ਨਾਲ ਐਸਾ ਮੋਹ ਪਿਆ, ਨਰਾਇਣ ਕਰਦਾ ਹੀ ਨਰਾਇਣ ਦਾ ਰੂਪ ਹੋ ਗਿਆ ਸੀ। ਬੰਦਗੀ ਕਰਨ ਲੱਗ ਗਿਆ ਸੀ। ਭਾਵ ਮਹਾਂਪੁਰਸ਼ਾਂ ਨੇ ਬੰਦਗੀ ਕਰਨ ਲਾ ਦਿੱਤਾ ਸੀ। ਬੰਦਗੀ ਕਰਨ ਦੇ ਨਾਲ, ਸਿਮਰਨ ਕਰਨ ਦੇ ਨਾਲ ਅਜਾਮਲ ਭਗਤ ਬਣ ਗਿਆ। ਭਾਵ ਬੰਦਗੀ ਕਰਨ ਦਾ, ਜੋ ਮਨੁੱਖ ਬੰਦਗੀ ਕਰਦਾ ਨਾ, ਉਹਦੇ ਸਾਰੇ ਪਾਪ ਮਿਟ ਜਾਂਦੇ। ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਿਸਤਾਰਾ। ਉਹ ਵੀ ਭਗਤ ਬਣ ਕੇ ਗਿਆ, ਉਹਦੇ ਸਾਰੇ ਪਾਪ ਖਤਮ ਹੋ ਗਏ। ਫਿਰ ਪਿੰਗਲਾ, ਇਹ ਜਨਕਪੁਰੀ ਦੀ ਹੈ, ਇਹ ਜਨਕਪੁਰੀ ਦੀ ਹੋਈ ਹੈ। ਗਣਕਾ ਇਹ ਵੀ ਬੇਸਵਾ ਹੋਈ ਹੈ। ਇਹ ਗੱਲਾਂ ਥੋੜ੍ਹੀ ਤਾਂ ਦੱਸਣੀਆਂ ਪੈਂਦੀਆਂ ਕਿਉਂਕਿ ਵਿੱਚ ਆਉਂਦੇ। ਇਹ ਵੀ ਇਸਨੇ ਇੱਕ ਨੌਜਵਾਨ, ਸੁੰਦਰ ਨੌਜਵਾਨ ਨੂੰ ਦੇਖਿਆ, ਉਹਦੇ ਉੱਤੇ ਮੋਹਿਤ ਹੋ ਗਈ।
ਉਹਨੂੰ ਰਾਤ ਨੂੰ ਉਡੀਕਦੀ ਰਹੀ ਆਪਣੇ ਕਮਰੇ 'ਚ। ਉਹ ਨੌਜਵਾਨ ਆਇਆ ਹੀ ਨਹੀਂ ਉਹਦੇ ਕੋਲ। ਸਾਰੀ ਰਾਤ ਪਾਗਲ ਹੋ ਗਈ ਉਹਨੂੰ ਉਡੀਕਦੀ। ਅਖੀਰ ਨੂੰ ਐਸੇ ਵਿਰਾਗ ਵਿੱਚ ਆਈ, ਕਹਿੰਦੀ ਮਨਾ, ਜਿਵੇਂ ਮੈਂ ਇਹਨੂੰ ਉਡੀਕਦੀ ਪਾਗਲ ਹੋ ਗਈ, ਝੱਲੀ ਹੋ ਗਈ, ਮੇਰੀ ਸਾਰੀ ਰਾਤ ਬੇਚੈਨੀ ਵਿੱਚ ਨਿਕਲੀ ਹੈ। ਜੇ ਇੱਦਾਂ ਹੀ ਮੈਂ ਪਿਆਰ ਰੱਬ ਨੂੰ ਕਰਦੀ, ਰੱਬ ਨੇ ਮੈਨੂੰ ਮਿਲ ਜਾਣਾ ਸੀ। ਰੋਣ ਲੱਗ ਗਈ। ਲੈ ਦੇਖੋ, ਇੰਨੀ ਗੱਲ ਤੇ ਗਿਆਨ ਲੈ ਲਿਆ। ਐਸੀ ਰੱਬ ਨਾਲ ਜੁੜੀ। ਇਹ ਜਿਹੜੀ ਪਿੰਗਲਾ ਸੀ ਗਣਕਾ, ਭਗਤਣੀ ਬਣ ਗਈ ਸੀ। ਆਹ ਠੋਕਰ ਲੱਗੀ। ਸਾਨੂੰ ਕਿੰਨੀਆਂ ਠੋਕਰਾਂ ਲੱਗਦੀ, ਸਾਨੂੰ ਅਕਲ ਨਹੀਂ ਆਉਂਦੀ। ਕਹਿੰਦੀ ਇੰਨੀ ਬੰਦਗੀ ਜੇ ਮੈਂ ਰੱਬ ਨਾਲ ਜੁੜਦੀ, ਇੰਨੇ ਵਿਰਾਗ ਦੇ ਵਿੱਚ ਇੰਨੀ ਉਡੀਕ ਮੈਂ ਰੱਬ ਦੀ ਕਰਦੀ, ਕਹਿੰਦੀ ਮੈਨੂੰ ਰੱਬ ਮਿਲ ਸਕਦਾ ਸੀ। ਲੈ ਰੱਬ ਦੀ ਬੰਦਗੀ ਕਰਨ ਲੱਗੀ ਸੀ ਇੰਨੇ ਤੇ। ਕਿੱਥੋਂ ਗਿਆਨ ਲਿਆ? ਇੱਥੇ ਕਿੰਨੇ ਗ੍ਰੰਥ ਪੜ੍ਹਦੇ ਸੀ ਤਾਂ ਨਹੀਂ ਅਕਲ ਆਉਂਦੀ ਸਾਨੂੰ। ਅੱਗੇ ਲੁਬਤ ਸ਼ਿਕਾਰੀ ਤਰ ਗਿਆ ਸੀ। ਇਹ ਸ਼ਿਕਾਰੀ ਦੀ ਉਦਾਹਰਨ ਕ੍ਰਿਸ਼ਨ ਜੀ ਦੇ ਪੈਰ 'ਚ ਸ਼ਿਕਾਰੀ ਨੇ ਮਾਰਿਆ ਸੀ ਨਿਸ਼ਾਨਾ, ਤੀਰ, ਉਹਦਾ ਵੀ ਪਾਰ ਉਤਾਰਾ ਹੋ ਗਿਆ। ਕੁੰਚਰ ਹਾਥੀ, ਇੱਕ ਹਾਥੀ ਸੀ, ਤਲਾਬ ਵਿੱਚ ਜਦੋਂ ਡੁੱਬਣ ਲੱਗਿਆ ਉਹਨੇ ਰੱਬ ਨੂੰ ਯਾਦ ਕੀਤਾ, ਉਹ ਵੀ ਤਰ ਗਿਆ। ਇਹ ਉਦਾਹਰਨਾਂ ਦੇ ਕੇ ਰਵਿਦਾਸ ਜੀ ਸਮਝਾਉਂਦੇ ਹਨ ਕਿ ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰੇ ਰਵਿਦਾਸ। ਇਹ ਰਵਿਦਾਸ ਰੱਬ ਨਹੀਂ ਕਿਸੇ ਦੀ ਜਾਤ ਦੇਖਦਾ, ਉਹ ਕਿਸੇ ਦੇ ਪਾਪ ਵੀ ਨਹੀਂ ਦੇਖਦਾ। ਕਹਿੰਦੇ ਤੂੰ ਉਹਦੀ ਬੰਦਗੀ ਕਰ, ਤੇਰੇ ਸਾਰੇ ਪਾਪ ਖਤਮ ਹੋ ਜਾਣਗੇ। ਉਹ ਜਾਤ ਪਾਤ ਨਹੀਂ ਦੇਖਦਾ, ਉਹ ਉੱਚਾ ਨੀਵਾਂ ਨਹੀਂ ਦੇਖਦਾ, ਗਰੀਬੀ ਅਮੀਰੀ ਨਹੀਂ ਦੇਖਦਾ। ਤੂੰ ਉਹਦਾ ਸਿਮਰਨ ਕਰ, ਤੂੰ ਕਿਉਂ ਨਹੀਂ ਤਰੇਗਾ। ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰੈ ਰਵਿਦਾਸ। ਹੇ ਰਵਿਦਾਸ, ਤੂੰ ਕਿਉਂ ਨਹੀਂ ਤਰ ਸਕਦਾ ਜਦ ਐਸੇ ਪਾਪੀ ਤਰ ਗਏ। ਇਹ ਇਸ ਸ਼ਬਦ ਵਿੱਚ ਇੱਕ ਦਾਰਾ ਰਾਗ ਦਾ ਇੱਕ ਸ਼ਬਦ ਦੀ ਹੋਰ ਵਿਚਾਰ ਕਰ ਲਈ। ਅਗਲਾ ਸ਼ਬਦ ਹੈ ਭਗਤ ਰਵਿਦਾਸ ਜੀ ਦਾ ਰਾਗ ਭੈਰੋਂ ਦੇ ਵਿੱਚ 1167 ਪਵਿੱਤਰ ਅੰਗ ਤੇ। ਭੈਰੋ ਬਾਣੀ ਰਵਿਦਾਸ ਜੋ ਕੀ ਘਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੱਗੇ ਕਹਿੰਦੇ ਹਨ ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦਿਸੈ ਸੋ ਹੋਏ ਬਨਾਸਾ। ਕਹਿੰਦੇ ਜੋ ਕੁਝ ਵੀ ਆਪਾਂ ਦੇਖ ਰਹੇ ਹਾਂ, ਜੋ ਕੁਝ ਵੀ ਦੇਖਦੇ ਹਾਂ, ਇਹ ਸਭ ਨਾਸਵਾਨ ਆ। ਰੱਬ ਦੇਖ ਨਹੀਂ ਰਿਹਾ। ਬਿਨ ਦੇਖੇ ਉਪਜੇ ਨਹੀਂ ਆਸਾ, ਜਿਹੜੀ ਚੀਜ਼ ਦਿਖੇ ਨਹੀਂ ਰਹੀ ਉਸ ਨੂੰ ਪ੍ਰਾਪਤ ਕਰਨ ਦੀ ਤਾਂਘ ਕਿਵੇਂ ਪੈਦਾ ਹੋ ਸਕਦੀ ਹੈ, ਉਸ ਨੂੰ ਮਿਲਣ ਦੀ ਤਾਂਘ ਕਿਵੇਂ ਪੈਦਾ ਹੋ ਸਕਦੀ ਹੈ, ਉਸ ਨੂੰ ਪ੍ਰਾਪਤ ਕਰਨ ਦੀ ਕਿਵੇਂ ਤਾਂਘ ਪੈਦਾ ਹੋ ਸਕਦੀ ਹੈ। ਜਾਂ ਦਿਖੇ ਨਹੀਂ ਰਹੀ, ਰੱਬ ਦਿਖ ਨਹੀਂ ਰਿਹਾ, ਉਹਨੂੰ ਮਿਲਣ ਦੀ ਤਾਂਘ ਕਿਵੇਂ ਪੈਦਾ ਹੋ ਸਕਦੀ ਹੈ। ਜੋ ਦਿਸੈ ਸੋ ਹੋਏ ਬਨਾਸਾ। ਕਹਿੰਦੇ ਜੋ ਕੁਝ ਦਿਖ ਰਿਹਾ ਇਹ ਨਾਸਮਾਨ ਆ। ਜੋ ਕੁਝ ਵੀ ਦਿਖ ਰਿਹਾ ਨਾਸਮਾਨ ਆ। ਇਸ ਨੂੰ ਪ੍ਰਾਪਤ ਕਰਕੇ ਜੇ ਸਾਡੀ ਆਸ ਪੂਰੀ ਵੀ ਹੋ ਗਈ, ਰਹਿਣੀ ਫੇਰ ਨਹੀਂ ਸਾਡੇ ਕੋਲ। ਜਿਹੜਾ ਸਦਾ ਕਾਇਮ ਰਹਿਣ ਵਾਲਾ ਉਹ ਰੱਬ ਹੈ, ਰੱਬ ਦਿਖ ਨਹੀਂ ਰਿਹਾ। ਰਵਿਦਾਸ ਜੀ ਕਹਿੰਦੇ ਹਨ। ਅੱਗੇ ਕਹਿੰਦੇ ਵਰਨ ਸਹਿਤ ਜੋ ਜਾਪੇ ਨਾਮ, ਜੋ ਮਨੁੱਖ ਉਸ ਪ੍ਰਭੂ ਦੇ ਗੁਣਾਂ ਨੂੰ ਵਰਣਨ ਕਰਦਾ। ਜੇ ਉਹਦਾ ਦਰਸ਼ਨ ਕਰਨਾ ਨਾ, ਰੱਬ ਨੂੰ ਮਿਲਣਾ, ਤਾਂ ਉਹਦੇ ਗੁਣਾਂ ਨੂੰ ਸੁਣੋ, ਉਹਦੇ ਗੁਰੂ ਦੇ ਸ਼ਬਦ ਦੀ ਵਿਚਾਰ ਸੁਣੋ। ਜਿਉਂ ਅਸੀਂ ਗੁਰੂ ਦੇ ਸ਼ਬਦ ਨੂੰ ਵਿਚਾਰਦੇ ਨਾ, ਇਹ ਗੁਣ ਹਨ ਉਹਦੇ ਗੁਣਾਂ ਦੀ ਸਮਝ ਪੈਂਦੀ ਹੈ। ਕਹਿੰਦੇ ਵਰਨ ਸਹਿਤ ਜੋ ਉਹਦੇ ਗੁਣਾਂ ਨੂੰ ਵਰਣਨ ਕਰਦਾ, ਉਹਦੇ ਗੁਣਾਂ ਨੂੰ ਸਮਝਦਾ, ਉਹਦੇ ਗੁਣਾਂ ਨੂੰ ਸਮਝ ਕੇ ਉਹਦਾ ਨਾਮ ਜਪਦਾ ਹੈ। ਵਰਨ ਸਹਿਤ ਜੋ ਜਾਪੈ ਨਾਮ, ਸੋ ਜੋਗੀ ਕੇਵਲ ਨਿਹਕਾਮ। ਉਹ ਹੈ ਅਸਲ ਜੋਗੀ, ਉਸ ਪ੍ਰਭੂ ਨਾਲ ਜੁੜਿਆ ਹੋਇਆ। ਉਹ ਸਭ ਤਰ੍ਹਾਂ ਦੀਆਂ ਵਾਸ਼ਨਾਵਾਂ ਤੋਂ ਮੁਕਤ ਹੋ ਜਾਂਦਾ, ਉਹਦੀ ਕੋਈ ਇੱਛਾ ਨਹੀਂ ਰਹਿੰਦੀ। ਸਭ ਤਰ੍ਹਾਂ ਦੇ ਉਹਦੇ ਚਸਕੇ ਖਤਮ ਹੋ ਜਾਂਦੇ, ਉਹਦੀ ਸੁਰਤੀ ਬਿਰਤੀ ਰੱਬ ਨਾਲ ਜੁੜ ਜਾਂਦੀ ਹੈ, ਉਹਦੀ ਬਹੁਤ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ। ਉਹ ਪ੍ਰਭੂ ਦੇ ਨਾਮ ਵਿੱਚ ਹੀ ਪਰਚਿਆ ਰਹਿੰਦਾ। ਪਰਚੈ ਰਾਮ ਰਵੈ ਜੋ ਕੋਈ, ਜੋ ਉਸ ਪ੍ਰਭੂ ਦੀ ਬੰਦਗੀ ਕਰਦਾ ਉਹਦੇ ਵਿੱਚ ਹੀ ਫਿਰ ਪਰਚਿਆ ਰਹਿੰਦਾ ਹੈ।
ਪਾਰਸ ਪਰਸੈ ਦੁਬਿਧਾ ਨਾ ਹੋਈ। ਉਹ ਪ੍ਰਭੂ ਪਾਰਸ ਹੈ ਜਿਹੜਾ, ਜਦੋਂ ਉਹਦੇ ਨਾਲ ਜੁੜ ਜਾਂਦਾ ਉਹਦੀ ਫਿਰ ਮੇਰ ਤੇਰ ਖਤਮ ਹੋ ਜਾਂਦੀ ਹੈ। ਰੱਬ ਇੱਕ ਪਾਰਸ ਹੈ, ਜਦੋਂ ਉਹਦੇ ਨਾਲ ਜੁੜ ਜਾਂਦਾ ਉਹਦੇ ਅੰਦਰੋਂ ਮੇਰ ਤੇਰ ਖਤਮ ਹੋ ਜਾਂਦੀ ਹੈ। ਸਾਰਾ ਦੁਬਿਧਾ ਵਹਿਮ ਭਰਮ ਸਾਰੇ ਖਤਮ ਹੋ ਜਾਂਦੇ, ਉਸੇ ਦਾ ਹੀ ਰੂਪ ਹੋ ਜਾਂਦਾ। ਰਹੋ ਸੋ ਮਨ ਕੀ ਦੁਬਿਧਾ ਜਾਏ। ਅਸਲ ਰਿਸ਼ੀ ਉਹੀ ਹੈ, ਰਿਸ਼ੀ ਮੁਨੀ ਉਹੀ ਹੈ। ਦੇਖੋ ਜੋਗੀ ਦੀ ਵੀ ਗੱਲ ਕਰ ਦਿੱਤੀ, ਆਪਣੇ ਆਪ ਨੂੰ ਜੋਗੀ ਕਹਾਉਣ ਵਾਲੇ ਜਿਹੜੇ ਘਰ-ਬਾਰ ਛੱਡ ਕੇ ਆਪਣੇ ਆਪ ਨੂੰ ਜੋਗੀ ਕਹਾਉਣ ਲੱਗ ਗਏ, ਉਹਨਾਂ ਨੂੰ ਦੱਸ ਦਿੱਤਾ ਕਿ ਜੋਗੀ ਅਸਲ ਕੌਣ ਆ। ਅੱਗੇ ਸੋ ਮਨ ਕੀ ਦੁਬਿਧਾ ਖਾਏ। ਅਸਲ ਰਿਸ਼ੀ ਮੁਨੀ ਵੀ ਉਹੀ ਹੈ ਜਿਹਦੇ ਅੰਦਰੋਂ ਮੇਰ ਤੇਰ ਖਤਮ ਹੋ ਜਾਵੇ, ਦੁਬਿਧਾ ਖਤਮ ਹੋ ਜਾਵੇ। ਬਿਨ ਦੁਆਰੇ ਤ੍ਰੈ ਲੋਕ ਸਮਾਏ। ਬਿਨ ਦੁਆਰੇ, ਜਿਸ ਦਾ ਕੋਈ ਦੁਆਰ ਨਹੀਂ ਹੈ, ਕਿਉਂਕਿ ਸਾਡਾ ਸਰੀਰ 9 ਦਰਵਾਜ਼ੇ ਹੈ ਨਾ, 9 ਦਰਵਾਜ਼ੇ 10ਵਾਂ ਗੁਪਤ ਰਖਾਇਆ, 10 ਦਰਵਾਜ਼ਿਆਂ ਵਾਲਾ, ਉਹ ਬਿਨਾਂ ਸਰੀਰ ਤੋਂ ਆ। ਬਿਨ ਦੁਆਰੇ ਭਾਵ ਉਹਦਾ ਕੋਈ ਸਰੀਰ ਨਹੀਂ ਹੈ। ਤ੍ਰੈ ਲੋਕ, ਤਿੰਨਾਂ ਲੋਕਾਂ ਦਾ ਮਾਲਕ ਹੈ, ਸਾਰੇ ਪਾਸੇ ਸਮਾਇਆ ਹੋਇਆ। ਜਿਹੜਾ ਉਸ ਪ੍ਰਭੂ ਦੇ ਵਿੱਚ ਲੀਨ ਹੋ ਜਾਂਦਾ ਉਹ ਹੈ ਰਿਸ਼ੀ ਮੁਨੀ। ਮਨ ਕਾ ਸੁਭਾਅ ਸਭ ਕੋਈ ਕਰੇ। ਸਾਰਾ ਜਗਤ ਆਪਣੇ ਮਨ ਦੇ ਸੁਭਾਅ ਮੁਤਾਬਕ ਚੱਲ ਰਿਹਾ, ਆਪਣੇ ਮਨ ਦੇ ਸੁਭਾਅ ਮੁਤਾਬਕ ਕੰਮਕਾਰ ਕਰ ਰਿਹਾ ਜਗਤ ਵਿੱਚ। ਕਰਤਾ ਹੋਏ ਸੋ ਅਨਭੈ ਹੋ ਰਹੇ। ਜੋ ਮਨੁੱਖ ਉਸ ਪ੍ਰਭੂ ਦੀ ਬੰਦਗੀ ਕਰਦਾ ਕਰਦਾ ਉਸੇ ਦਾ ਹੀ ਰੂਪ ਹੋ ਜਾਂਦਾ, ਉਹ ਨਿਡਰ ਹੋ ਜਾਂਦਾ। ਉਹਦੇ ਅੰਦਰੋਂ ਸਭ ਤਰ੍ਹਾਂ ਦੀ ਭੈ ਖਤਮ ਹੋ ਜਾਂਦੇ, ਅਨਭੈ ਰਹੇ। ਅਗਲੀਆਂ ਪੰਕਤੀਆਂ ਦੇ ਵਿੱਚ ਰਵਿਦਾਸ ਜੀ ਕਹਿੰਦੇ ਫਲ ਕਾਰਨ ਫੂਲੀ ਬਨਰਾਏ। ਇਹਨਾਂ ਪੰਕਤੀਆਂ ਨੂੰ ਸਮਝਣ ਦੀ ਲੋੜ ਆ। ਕਹਿੰਦੇ ਦੇਖੋ ਜਦੋਂ ਫਲ ਲੱਗਦਾ ਨਾ ਕਿਸੇ ਵੀ ਚੀਜ਼ ਨੂੰ, ਦਰਖਤਾਂ ਨੂੰ, ਜਿਵੇਂ ਹੁਣ ਅੰਬੀਆਂ ਲੱਗਣੀਆਂ, ਅੰਬ ਲੱਗਣੇ, ਪਹਿਲਾਂ ਬੂਰ ਆਉਣਾ। ਕੋਈ ਵੀ ਫਲ ਲੱਗਦਾ ਪਹਿਲਾਂ ਫੁੱਲ ਆਉਂਦਾ। ਜਦੋਂ ਫਲ ਪੈ ਜਾਂਦਾ ਫੁੱਲ ਡਿੱਗ ਪੈਂਦੇ। ਕਹਿੰਦੇ ਫਲ ਕਾਰਨ ਫੂਲੀ ਬਨਰਾਏ। ਸਾਰੀ ਬਨਸਪਤੀ ਜਦੋਂ ਫਲ ਪੈਣਾ ਹੁੰਦਾ ਪਹਿਲਾਂ ਫੁੱਲ ਆਉਣੇ। ਫਲ ਲੱਗਾ ਤਬ ਫੂਲ ਬੁਲਾਏ। ਜਦੋਂ ਫਲ ਲੱਗ ਗਿਆ ਫੁੱਲ ਦੂਰ ਹੋ ਜਾਂਦੇ, ਡਿੱਗ ਪੈਂਦੇ ਫੁੱਲ। ਗਿਆਨੇ ਕਾਰਨ ਕਰਮ ਅਭਿਆਸ। ਆ ਹੁਣ ਦੇਖੋ ਇਹਦੇ ਵਿੱਚ ਕੀ ਸਿੱਖਿਆ ਦਿੰਦੇ। ਕਹਿੰਦੇ ਜੋ ਵੀ ਆ ਸੰਸਾਰਕ ਆਪਾਂ ਕੰਮਕਾਰ ਕਰ ਰਹੇ ਹਾਂ ਨਾ, ਕਿਰਤਕਾਰ ਕਰ ਰਹੇ ਹਾਂ, ਇਹ ਕਿਰਤਕਾਰ ਕਰਦੇ ਹੋਏ ਪਤਾ ਕੀ ਕਰਨਾ? ਇਹ ਕਿਰਤਕਾਰ ਕਰਦੇ ਹੋਏ ਗਿਆਨ ਪ੍ਰਾਪਤ ਕਰਨਾ। ਜਿਹੜੀ ਜਿਤਨੀ ਵੀ ਕੋਈ ਵੀ ਬੰਦਾ ਕੰਮ ਕਰਦਾ, ਕਿਰਤਕਾਰ ਕਰਦਾ, ਜਿਹੀ ਜੀ ਕਿਰਤਕਾਰ ਕਰਦਾ, ਇਹ ਮਾਨੋ ਫੁੱਲ ਆ, ਫਲ ਕੋਈ ਨਹੀਂ ਆਏ। ਕਈ ਫੁੱਲ ਇਹੋ ਜਿਹੇ ਆਪਾਂ ਦੇਖਦੇ ਨੇ, ਕਈ ਫੁੱਲ ਐਸੇ ਹੁੰਦੇ ਆ ਉਹਨਾਂ 'ਚ ਫਲ ਪੈਂਦੇ ਨਹੀਂ, ਫੁੱਲੇ ਡਿੱਗ ਜਾਂਦੇ, ਫਲ ਪੈਂਦੇ ਨਹੀਂ ਉਹਨਾਂ ਨੂੰ। ਜਿਨ੍ਹਾਂ ਮਨੁੱਖਾਂ ਨੇ ਆ ਦੁਨਿਆਵੀ ਕੰਮਕਾਰ ਤਾਂ ਬੜੇ ਚਲਾਏ ਹੋਏ ਆ, ਕੰਮਕਾਰ ਬੜੇ, ਉਹਨਾਂ ਦੇ ਬੜੇ ਬਿਜ਼ਨਸ ਚੱਲਦੇ ਆ, ਪਰ ਹਿਰਦੇ ਵਿੱਚ ਰੱਬ ਦਾ ਪਿਆਰ ਨਹੀਂ, ਮਾਨੋ ਫੁੱਲੇ ਰਹਿ ਜਾਣੇ, ਡਿੱਗ ਜਾਣੇ, ਫਲ ਪੈਣਾ ਹੀ ਨਹੀਂ ਹੈ ਉਹਨਾਂ ਨੂੰ। ਕਈਆਂ ਦਾ ਕੰਮਕਾਰ ਬਹੁਤ ਆ, ਲੱਖਾਂ ਪਤੀ, ਕਰੋੜਾਂ ਪਤੀ, ਅਰਬਾਂ ਪਤੀ ਹੋ ਜਾਂਦੇ ਦੁਨਿਆਵੀ ਕੰਮਕਾਰ ਕਰਕੇ। ਇਹ ਇੱਕ ਫੁੱਲ ਹੈ, ਇਹ ਫੁੱਲ ਹੈ। ਇਹ ਫੁੱਲਾਂ ਨੂੰ ਫਲ ਪੈਣਾ ਚਾਹੀਦਾ। ਫਲ ਤਾਂ ਪਵੇਗਾ ਜਿਹਾ ਜਿਹਾ ਅਸੀਂ ਕੰਮਕਾਰ ਕਰਾਂਗੇ, ਜਿਹਾ ਸਾਡਾ ਸੁਭਾਅ ਬਣੇਗਾ। ਜੇ ਅਸੀਂ ਗੁਰੂ ਨਾਲ ਜੁੜ ਗਏ, ਗੁਰੂ ਦੇ ਸ਼ਬਦ ਨਾਲ ਜੁੜ ਗਏ, ਤਾਂ ਇਸ ਕਰਮ ਨੂੰ ਚੰਗਾ ਫਲ ਪਏਗਾ, ਮਿੱਠਾ ਫਲ ਪਏਗਾ, ਸਾਡਾ ਜੀਵਨ ਸਫਲ ਹੋਏਗਾ। ਜਿਹੀ ਜਿਹੀ ਸਾਡੀ ਕਿਰਤਕਾਰ ਹੈ ਉਹੋ ਜਿਹੀ ਸਾਨੂੰ ਫਲ ਮਿਲ ਜਾਣਾ। ਇਹ ਮਤਲਬ ਫੁੱਲ ਹੈ। ਕਹਿੰਦੇ ਗਿਆਨੇ ਕਾਰਨ ਕਰਮ ਅਭਿਆਸ। ਗਿਆਨ ਪ੍ਰਾਪਤ ਕਰਨ ਵਾਸਤੇ ਹੀ ਸਭ ਤਰ੍ਹਾਂ ਦੇ ਕਰਮਾਂ ਦਾ ਅਭਿਆਸ ਕਰਦੇ ਹਾਂ ਆਪਾਂ। ਕੋਈ ਕੰਮਕਾਰ ਕਰ ਰਿਹਾ, ਆਪਣੇ ਕੰਮਾਂ ਕਾਰਾਂ 'ਤੇ ਲੱਗੇ ਹੋਏ ਆ। ਗਿਆਨ ਭਇਆ ਤੇ ਕਰਮੇ ਨਾਸ। ਜਦੋਂ ਮਨੁੱਖ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਨਾ, ਫਿਰ ਉਹ ਕਿਰਤਕਾਰ ਵਿੱਚ ਫਸਦਾ ਨਹੀਂ ਹੈ, ਧੰਦਿਆਂ ਵਿੱਚ ਫਸਦਾ ਨਹੀਂ ਹੈ। ਜਦੋਂ ਗਿਆਨ ਪ੍ਰਾਪਤ ਹੋ ਜਾਂਦਾ, ਉਨਾ ਚਿਰ ਬੰਦਾ ਧੰਦਿਆਂ ਵਿੱਚ ਫਸਿਆ ਹੋਇਆ ਜਿੰਨਾ ਚਿਰ ਗਿਆਨ ਨਹੀਂ ਹੈ।
ਕਿ ਹੋਰ ਹੋ ਜਾਵੇ, ਹੋਰ ਹੋ ਜਾਵੇ, ਹੋਰ ਹੋ ਜਾਵੇ, ਇੱਧਰੋਂ ਵੀ ਆ ਜਾਵੇ, ਇੱਧਰੋਂ ਵੀ ਆ ਜਾਵੇ। ਉਸ ਮਨੁੱਖ ਨੂੰ ਗਿਆਨ ਨਹੀਂ ਹੈ, ਸਮਝ ਨਹੀਂ ਹੈ। ਜਦੋਂ ਸਮਝ ਪੈ ਜਾਂਦੀ ਹੈ, ਉਹ ਤ੍ਰਿਪਤ ਹੋ ਜਾਂਦਾ, ਰੱਜ ਜਾਂਦਾ, ਮਾਇਆ ਵੱਲੋਂ ਧੰਦਿਆਂ ਵਿੱਚੋਂ ਨਿਕਲ ਜਾਂਦਾ। ਉਹਦੇ ਅੰਦਰ ਸਬਰ ਸੰਤੋਖ ਪੈਦਾ ਹੋ ਜਾਂਦਾ। ਕਹਿੰਦੇ ਗਿਆਨ ਭਇਆ ਤੈ ਕਰਮੇ ਨਾਸ। ਜਦੋਂ ਗਿਆਨ ਪੈਦਾ ਹੋ ਗਿਆ ਤਾਂ ਇਹ ਕਰਮ ਦਾ, ਧੰਦਿਆਂ ਵਿੱਚੋਂ ਨਿਕਲ ਜਾਂਦਾ। ਹੁਣ ਅਗਲੀ ਉਦਾਹਰਨ ਦੇਖੋ। ਕਿਰਤ ਕਾਰਨ ਦੁੱਧ ਦਦ ਮਥੈ ਸਿਆਣ। ਜਿਵੇਂ ਇੱਕ ਇਸਤਰੀ ਸਿਆਣ, ਸਿਆਣੀ ਇਸਤਰੀ, ਔਰਤ ਘੀ ਪ੍ਰਾਪਤ ਕਰਨ ਵਾਸਤੇ ਦੁੱਧ ਲਿਖਦੀ ਹੈ। ਦੁੱਧ ਕਾਹਤੇ ਲਿਖਦੀ ਹੈ? ਵੀ ਘੀ ਆਵੇ। ਕਿਰਤ ਕਾਰਨ ਦਦ ਮਥੈ ਸਿਆਣ। ਜਦੋਂ ਘੀ ਨਿਕਲ ਆਉਂਦਾ ਹੈ, ਬਸ ਫਿਰ ਪ੍ਰਾਪਤ ਹੋ ਗਿਆ। ਉਹਦੀ ਮਿਹਨਤ, ਜਿਹੜਾ ਉਹਨੇ ਦੁੱਧ ਲਿੜਕਿਆ, ਉਹਦੀ ਮਿਹਨਤ ਦਾ ਉਸਨੂੰ ਕੀ ਫਲ ਮਿਲਿਆ? ਘੀ ਮਿਲ ਗਿਆ। ਇਸੇ ਤਰੀਕੇ ਨਾਲ ਅੱਜ ਜੋ ਆਪਾਂ ਕਿਰਤਕਾਰ ਕਰਦੇ ਹਾਂ ਨਾ, ਕਿਰਤਕਾਰ ਕਰਦੇ ਹੋਏ ਅਸੀਂ ਉਸ ਰੱਬ ਨਾਲ ਜੁੜਨਾ। ਇਹ ਤਾਂ ਇੱਕ ਫੁੱਲ ਹੈ, ਇਹ ਡਿੱਗ ਜਾਣਾ। ਪ੍ਰਾਪਤ ਤਾਂ ਅਸੀਂ ਫਲ ਕਰਨਾ। ਕਿਹਾ ਜਿਹਾ ਫਲ ਪ੍ਰਾਪਤ ਕਰਨਾ? ਜੀ ਤੁਹਾਡੀ ਕਿਰਤਕਾਰ ਜਿਹੀ ਜੀ ਤੁਹਾਡੀ ਕਿਰਤਕਾਰ ਹੈ, ਉਹੋ ਜਿਹਾ ਤੁਹਾਨੂੰ ਫਲ ਮਿਲ ਜਾਣਾ। ਜੇ ਤਾਂ ਸੱਚੀ ਸੁੱਚੀ ਕਿਰਤ ਹੈ, ਦਸਾਂ ਨੌਹਾਂ ਦੀ ਕਿਰਤ ਹੈ, ਫਿਰ ਤੁਹਾਨੂੰ ਚੰਗਾ ਫਲ ਮਿਲੂਗਾ। ਜੇ ਚੋਰੀਆਂ ਠੱਗੀਆਂ ਵਾਲਾ, ਦੂਜੇ ਦਾ ਹੱਕ ਮਾਰਨਾ, ਲੁੱਟਾਂ ਖੋਹਾਂ ਕਰਨੀਆਂ, ਝੂਠ ਬੋਲਣਾ, ਫਿਰ ਉਹੋ ਜਿਹਾ ਫਲ ਮਿਲ ਜਾਣਾ। ਕਿਉਂਕਿ ਫਲ ਤਾਂ ਹਰੇਕ ਫੁੱਲ ਵਿੱਚ ਪੈਂਦਾ, ਹਰੇਕ ਫੁੱਲ ਵਿੱਚ ਫਲ ਪੈਂਦਾ। ਕੌੜ ਤੁੰਬਾ ਹੁਣ ਉਹਨੂੰ ਵੀ ਫੁੱਲ ਪੈਂਦਾ, ਉਹਨੂੰ ਕੌੜ ਤੁੰਬਾ ਲੱਗਦਾ। ਹੁਣ ਮਿੱਠੇ ਫਲ ਵੀ, ਅੰਬ ਵੀ ਹੈ, ਸੰਗਤਰਾ ਵੀ ਹੈ, ਇਹਨਾਂ ਨੂੰ ਵੀ ਫੁੱਲ ਪੈਂਦੇ। ਫਲ ਵਿੱਚ ਵੀ ਫਰਕ ਆ। ਕਹਿੰਦੇ ਕਿਰਤ ਕਾਰਨ ਦਦ ਮਥੈ ਸਿਆਣ। ਜੀਵਤ ਮੁਕਤ ਸਦਾ ਨਿਰਵਾਣ। ਉਹ ਮਨੁੱਖ ਜਿਉਂਦਾ ਹੀ ਮੁਕਤ ਹੋ ਜਾਂਦਾ, ਵਾਸ਼ਨਾ ਤੋਂ ਰਹਿਤ ਹੋ ਜਾਂਦਾ, ਰੱਜ ਜਾਂਦਾ ਪੂਰਨ ਤੌਰ 'ਤੇ। ਕਹਿ ਰਵਿਦਾਸ ਪਰਮ ਬੈਰਾਗ। ਹਿਰਦੈ ਰਾਮ ਕੀ ਨਾ ਜਪਸ ਅਭਾਗ। ਰਵਿਦਾਸ ਜੀ ਕਹਿੰਦੇ ਹਨ ਉਹ ਮਨੁੱਖ ਹੈ ਅਸਲ ਪਰਮ ਬੈਰਾਗੀ, ਉੱਚਾ ਬੈਰਾਗੀ, ਉੱਚੇ ਜੀਵਨ ਵਾਲਾ, ਜਿਹਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਟਿਕ ਗਿਆ। ਹੇ ਅਭਾਗੇ ਮਨੁੱਖ, ਤੂੰ ਉਸ ਪ੍ਰਭੂ ਦਾ ਨਾਮ ਕਿਉਂ ਨਹੀਂ ਜਪਦਾ? ਹਿਰਦੈ ਰਾਮ ਕੀ ਨਾ ਜਪਸ ਅਭਾਗ। ਹੇ ਅਭਾਗੇ ਮਨੁੱਖ, ਉਸ ਪ੍ਰਭੂ ਦਾ ਨਾਮ ਜਪ। ਨਾਮ ਜਪ ਕੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ। ਉਹਦਾ ਨਾਮ ਕੋਈ ਵੀ ਜਪ ਸਕਦਾ, ਗਰੀਬ ਹੋਵੇ, ਅਮੀਰ ਹੋਵੇ। ਉਹ ਰੰਗ ਰੂਪ ਨਹੀਂ ਦੇਖਦਾ, ਉਹਦੇ ਚਰਨਾਂ ਨਾਲ ਜੁੜੋ, ਰਵਿਦਾਸ ਜੀ ਕਹਿੰਦੇ ਹਨ। ਸੋ ਇਹ ਵਿਚਾਰ ਸੀ ਪਵਿੱਤਰ ਸ਼ਬਦ ਦੀ। ਸੋ ਭਗਤ ਰਵਿਦਾਸ ਜੀ ਦੇ ਸਿਰਫ 4 ਸ਼ਬਦ ਹੋ ਰਹਿ ਗਏ ਹਨ। 4 ਸ਼ਬਦਾਂ ਦੀ ਵੀ ਆਪਾਂ ਨੇ ਵਿਆਖਿਆ ਕਰਨੀ ਹੈ। ਸੋ ਇਸ ਤਰੀਕੇ ਨਾਲ ਗੁਰੂ ਮਹਾਰਾਜ ਨੇ ਆਪ ਹੀ ਵਿਚਾਰਾਂ ਕਰਾਈਆਂ ਹਨ। 40 ਸ਼ਬਦ ਹਨ ਭਗਤ ਰਵਿਦਾਸ ਜੀ ਦੇ। ਇਹ ਵੀ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ। ਰਵਿਦਾਸ ਜੀ ਦੇ ਅਸੀਂ ਗੁਰਪੁਰਬ ਤਾਂ ਇਸ ਸਾਲ ਮਨਾਉਂਦੇ, ਪਰ ਸਾਨੂੰ ਪਤਾ ਹੈ ਨਹੀਂ। ਜਿੰਨਾ ਚਿਰ ਅਸੀਂ ਗਿਆਨ ਪ੍ਰਾਪਤ ਨਾ ਕਰਦੇ, ਜਿਵੇਂ ਹੁਣ ਆਪਾਂ ਪਤਾ ਕੀ ਕਰਦੇ ਅੱਜ, ਜਿਵੇਂ ਹੁਣ ਦੇਖੋ ਇਹਦੇ ਕਿਹਾ ਗਿਆਨੇ ਕਾਰਨ ਕਰਮ ਅਭਿਆਸ। ਹੁਣ ਨਿਤਨੇਮ ਕਰਦੇ ਹਾਂ, ਪਾਠ ਕਰਦੇ ਹਾਂ, ਇਹ ਵੀ ਇੱਕ ਫੁੱਲ ਹੈ। ਇਹ ਨਿਤਨੇਮ ਨੂੰ ਵੀ ਫਲ ਤਾਂ ਲੱਗਣਾ ਜੇ ਅਸੀਂ ਇਸ ਨੂੰ ਸਮਝੂਗੇ। ਨਿਤਨੇਮ ਤਾਂ ਅਸੀਂ ਦਿਨ ਵਿੱਚ ਵੀ ਕਰ ਸਕਦੇ ਹਾਂ, ਪਰ ਆਹ ਜ਼ਰੂਰ ਸਮਝਣੀ ਚਾਹੀਦੀ ਹੈ। ਅੱਜ ਜਿਤਨਾ ਵੀ ਅਸੀਂ ਕਰਮ ਕਰਦੇ ਹਾਂ, ਨਿਤਨੇਮ ਕਰਨਾ, ਗੁਰਦੁਆਰੇ ਆਉਣਾ, ਪਾਠ ਕਰਨਾ, ਹੋਰ ਸੇਵਾ ਕਰਨੀ, ਤਾਂ ਫੁੱਲ ਹੈ। ਨਿਤਨੇਮ ਕਰਨਾ, ਪਾਠ ਕਰਨੇ, ਸੇਵਾ ਕਰਨੀ ਚੰਗੇ ਕੰਮ ਹਨ, ਪਰ ਇਹਨੂੰ ਫਲ ਤਾਂ ਪੈਣਾ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਪੜ੍ਹਾਂਗੇ, ਵਿਚਾਰਾਂਗੇ, ਇਹਨੂੰ ਸਮਝਣ ਦੀ ਯਤਨ ਕਰੀਏ। ਇਸ ਕਰਕੇ ਸਮਝਣ ਦੇ ਲਈ, ਕਥਾ ਸੁਣਨ ਦੇ ਲਈ ਸਾਨੂੰ ਟਾਈਮ ਕੱਢ ਲੈਣਾ ਚਾਹੀਦਾ। ਨਿਤਨੇਮ ਤਾਂ ਅਸੀਂ ਦਿਨ ਵਿੱਚ ਵੀ ਕਰ ਸਕਦੇ ਹਾਂ, ਜੇ ਇੱਕ ਅੱਧੀ ਬਾਣੀ ਰਹਿ ਵੀ ਗਈ। ਇਹ ਟਾਈਮ ਖਿਜਾਉਣਾ ਨਹੀਂ ਚਾਹੀਦਾ ਸਾਨੂੰ। ਆਹ ਫਲ ਤਾਂ ਪੈਣਾ, ਨਹੀਂ ਤਾਂ ਫੁੱਲਾਂ ਨੇ ਤਾਂ ਡਿੱਗ ਜਾਣਾ। ਫੁੱਲਾਂ ਨੇ ਨਾਲ ਨਹੀਂ ਜਾਣਾ। ਬੇਅੰਤ ਨਿਤਨੇਮ ਕਰਦੇ ਕਰਦੇ ਲੈ ਕੇ ਚਲੇ ਗਏ ਲੋਕ। ਪਾਠੀ ਕਿੰਨੇ ਲੰਘ ਗਏ, ਸਾਰੀ ਜ਼ਿੰਦਗੀ ਜਿਨ੍ਹਾਂ ਨੇ ਪਾਠ ਕਰੇ, ਸਹਿਜ ਪਾਠ, ਪਤਾ ਨਹੀਂ ਕਿੰਨੇ ਕੁ ਅਖੰਡ ਪਾਠ ਕਰੇ, ਕਿੰਨੇ ਕੁ ਸਹਿਜ ਪਾਠ ਕਰੇ, ਪਰ ਕੋਲ ਤਾਂ ਮੇਰੇ ਉਨਾ ਕਿ ਜਿੰਨਾ ਕਿ ਮੈਨੂੰ ਸਮਝ ਪੈ ਗਿਆ। ਆ ਸਮਝਣ ਦਾ ਯਤਨ ਕਰਨਾ ਸੀ। ਮੈਂ ਕੋਈ ਥੋੜ੍ਹੇ ਪਾਠ ਨਹੀਂ ਕਰੇ ਹੈ, 40 ਸਾਲ ਹੋ ਗਏ ਕਰਦਿਆਂ ਨੂੰ, ਪਤਾ ਨਹੀਂ ਕਿੰਨੇ ਕੁ ਪਾਠ ਕਰੇ।
ਪਰ ਕੋਲ ਉਨਾ ਕੁ ਆ ਜਿੰਨਾ ਕੁ ਮੈਂ ਆ ਸਮਝ ਰਿਹਾ। ਇਹ ਸਮਝਣਾ ਵੀ ਬਹੁਤ ਜ਼ਰੂਰੀ ਹੈ। ਸੋ ਇਹ ਵਿਚਾਰ ਸੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ।